ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਥੋੜੇ ਦਿਨਾਂ ਤੋਂ ਇੱਕ ਗੱਲ ਬੜੀ ਘੁੰਮ ਰਹੀ ਆ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਆਏ ਹੋਏ ਹੁਕਮ ਬਾਰੇ। ਸੋ ਹੁਕਮ ਜਾਰੀ ਹੋਇਆ ਸੀ ਭਾਈ ਰਣਜੀਤ ਸਿੰਘ ਜੀ ਹੁਣਾਂ ਨੂੰ ਵੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਆ ਕੇ ਗਲਤੀ ਮਨਜ਼ੂਰ ਕਰੋ। ਸੋ ਉਹ ਕਹਿ ਰਹੇ ਨੇ ਵੀ ਮੈਂ ਕਿਉਂ ਜਾਵਾਂ ਜਦ ਮੇਰੀ ਕੋਈ ਗਲਤੀ ਨਹੀਂ, ਵੀ ਗਲਤੀ ਮੇਰੀ ਸਾਬਤ ਕਰੋ, ਮੇਰੇ ਲਈ ਚੈਨਲ ਤੇ ਆ ਕੇ ਮੇਰੇ ਨਾਲ ਡਿਬੇਟ ਕਰੋ, ਵਿਚਾਰ ਕਰੋ ਮੇਰੇ ਨਾਲ ਆ ਕੇ ਤੇ ਗਲਤੀ ਸਾਬਤ ਕਰ ਦਿਓ, ਫਿਰ ਮੈਂ ਤੁਹਾਡੇ ਨਾਲ ਚੱਲਾਂਗਾ। ਵੀ ਜਥੇਦਾਰ ਸਾਹਿਬਾਨ ਖੁਦ ਆ ਕੇ ਤੇਰੇ ਨਾਲ ਵਿਚਾਰ ਕਰਨ ਮੇਰੇ ਚੈਨਲ ਤੇ ਆ ਕੇ। ਸੋ ਹੁਣ ਕੱਲ ਨੂੰ ਮੈਂ ਉੱਠ ਕੇ ਕਹਿ ਦੂੰਗਾ, ਕੋਈ ਹੋਰ ਪ੍ਰਚਾਰਕ ਉੱਠ ਕੇ ਕਹਿ ਦੂਗਾ ਵੀ ਮੇਰੇ ਨਾਲ ਆ ਕੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਵਿਚਾਰ ਕਰੇ। ਸੋ ਪਹਿਲਾਂ ਆਪਾਂ ਆਪਣੇ ਆਪ ਨੂੰ ਦੇਖੀਏ ਵੀ ਆਪਣੀ ਸਟੇਜ ਕੀ ਹੈ, ਆਪਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਚੀਜ਼ ਕੀ ਆ। ਹਰੇਕ ਹੀ ਬੰਦਾ ਉੱਠ ਕੇ ਕਹਿ ਦੂਗਾ ਵੀ ਮੇਰੇ ਨਾਲ ਆ ਕੇ ਜਥੇਦਾਰ ਵਿਚਾਰ ਕਰੇ। ਉਹ ਵੀ ਪਹਿਲਾਂ ਤਾਂ ਵਿਚਾਰ ਕਰਨੀ ਆ ਤੇ ਆਵੇ ਵੀ ਮੇਰੇ ਘਰੇ ਆ ਕੇ। ਸੋ ਆਪਾਂ ਸਿਆਣਪ ਵਰਤੀਏ ਵੀ ਇਹ ਗੱਲਾਂ ਨਹੀਂ ਚੱਜਦੀਆਂ। ਕਿਉਂ? ਉਹ ਕਾਹਤੋਂ ਹੋਣ ਵਿਚਾਰ ਕਰ। ਇੱਕ ਤਾਂ ਆਪਾਂ ਚੋਰੀ ਉੱਪਰੋਂ ਸੀਨਾ ਚੋਰੀ, ਇੱਕ ਤਾਂ ਆਪਾਂ ਗੁਰੂ ਸਾਹਿਬ, ਮੈਂ ਕਿਸੇ ਵੀ ਨਕਲੀ ਬ੍ਰਹਮ ਗਿਆਨੀ ਬਾਬੇ ਸੰਤ ਮੈਂ ਇਹਨਾਂ ਨੂੰ ਨਹੀਂ ਮੰਨਦਾ। ਅਸੀਂ ਨਹੀਂ ਮੰਨਦੇ, ਸ਼ੇਰਪੁਰੇ ਵਾਲੇ ਅਸੀਂ ਨਹੀਂ ਮੰਨਦੇ। ਹੁਣ ਇਹ ਨਾ ਕਹੋ ਵੀ ਇਹ ਸਮਰਥਨ ਕਰਦੇ ਆ, ਇਹ ਨਾਨਕਸਰ ਸੰਪਰਦਾ ਨੂੰ ਬਿਲੋਂਗ ਕਰਦੇ। ਨਾਨਕਸਰ ਸੰਪਰਦਾ ਦਾ ਜਿਹੜਾ ਜਨਮ ਸਥਾਨ ਹੈ, ਜਿੱਥੋਂ ਨਾਨਕਸਰ ਸੰਪਰਦਾ ਦਾ ਜਨਮ ਹੋਇਆ, ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ, ਉਹਨਾਂ ਦਾ ਜਨਮ ਸਥਾਨ ਸ਼ੇਰਪੁਰਾ। ਵੀ ਇਹ ਕਿਸੇ ਸੰਤ ਸਾਧ ਕਿਸੇ ਬਾਬੇ ਦੀ ਸਮਰਥਨ 'ਚ ਉਤਰੇ ਆ। ਅਸੀਂ ਕਿਸੇ ਦਾ ਸਮਰਥਨ ਨਹੀਂ ਕਰਦੇ। ਅਸੀਂ ਗੁਰੂ ਨਾਨਕ ਬਾਬਾ ਨੰਦ ਸਿੰਘ ਜੀ ਮਹਾਰਾਜ ਉਹਨਾਂ ਦੀ ਵਿਚਾਰਧਾਰਾ 'ਤੇ ਚੱਲਦੇ ਹਾਂ। ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਵੀ ਹੁਣ ਤੱਕ ਜਿੰਨੀਆਂ ਵੀ ਕੁਛ ਗੱਲਾਂ ਕੁਛ ਪ੍ਰਚਾਰਕਾਂ ਨੇ ਗੱਲਾਂ ਜੋੜੀਆਂ ਨੇ, ਸੋ ਅਸੀਂ ਵੀ ਉਸ ਗੱਲਾਂ ਨੂੰ ਨਹੀਂ ਮੰਨਦੇ। ਸੋ ਉਹਨਾਂ ਨੇ ਤਾਂ ਸਾਰੀ ਉਮਰ ਸਾਨੂੰ ਗੁਰੂ ਨਾਨਕ ਦੇ ਚਰਨਾਂ ਨਾਲ, ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਦੇ ਵਿੱਚ ਜੋੜਿਆ, ਆਪਣੇ ਨਾਲ ਤਾਂ ਜੋੜਿਆ ਹੀ ਨਹੀਂ। ਸੋ ਹੁਣ ਅਗਰ ਤੁਹਾਨੂੰ ਨਹੀਂ ਯਕੀਨ, ਸਾਡੀਆਂ ਸਾਰੀਆਂ ਪਿਛਲੀਆਂ ਵੀਡੀਓ ਤੁਸੀਂ ਫੇਸਬੁੱਕ ਚੈਨਲ 'ਤੇ ਆਨੰਦ ਮਾਰਗ 0947 ਲਿਖ ਕੇ ਸਰਚ ਕਰ ਲਿਓ ਅਤੇ YouTube ਚੈਨਲ ਆ ਆਨੰਦ ਮਾਰਗ, ਉੱਤੇ ਚੈੱਕ ਕਰ ਸਕਦੇ ਹੋ ਕਿੰਨੀਆਂ ਹੁਣ ਤੱਕ ਵੀਡੀਓ ਪਾ ਚੁੱਕੇ ਹਾਂ। ਕਿਤੇ ਵੀ ਅਸੀਂ ਤਾਂ ਸਾਡੇ ਮੂੰਹੋਂ ਕਦੇ ਕੋਈ ਝੂਠੀ ਜਾਂ ਗੱਪ ਕਹਾਣੀ ਸੁਣਨ ਨੂੰ ਮਿਲ ਜਾਏ ਤਾਂ ਸਾਨੂੰ ਫੜ ਲਿਓ। ਬਾਬਾ ਨੰਦ ਸਿੰਘ ਜੀ ਨੇ ਜਿੰਨੇ ਵੀ ਹੁਣ ਤੱਕ ਪ੍ਰਚਾਰ ਅਸੀਂ ਕੀਤਾ ਵਾ ਉਹਨਾਂ ਨੇ ਗੁਰੂ ਨਾਨਕ ਦੇ ਚਰਨਾਂ ਨਾਲ ਹੀ ਸਾਨੂੰ ਜੋੜਿਆ। ਅਸੀਂ ਵੀ ਗਾਂਹ ਉਹੀ ਪ੍ਰਚਾਰ ਕਰ ਰਹੇ ਨੇ ਵੀ ਗੁਰੂ ਨਾਨਕ ਦੇ ਚਰਨਾਂ ਨਾਲ ਜੋੜੋ, ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨੋ, ਪ੍ਰਤੱਖ ਗੁਰੂ ਮੰਨੋ, ਮੁੱਢ ਨਾਲ ਜੁੜੋ, ਪੱਤਿਆਂ ਨਾਲ ਨਾ ਜੁੜੋ। ਕਿਸੇ ਬਾਬੇ ਤੋਂ, ਕਿਸੇ ਸੰਤ ਤੋਂ, ਕਿਸੇ ਨਕਲੀ ਸਾਧ ਤੋਂ ਤੁਹਾਨੂੰ ਕੁਝ ਨਹੀਂ ਮਿਲਣਾ। ਸੋ ਆਪਾਂ ਗੱਲ 'ਤੇ ਆਉਂਦੇ ਹਾਂ ਵੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਜਾਰੀ ਹੋ ਗਿਆ ਵੀ ਤੁਸੀਂ ਆ ਕੇ ਆਪਦੀ ਗਲਤੀ ਮੰਨੋ। ਹੁਣ ਆਪਾਂ ਨੂੰ ਵੀ ਪਤਾ, ਮੈਂ ਜੋ ਕੁਝ ਬੋਲਦਾ, ਮੈਂ ਕਈ ਵਾਰੀ ਕੁਝ ਗਲਤ ਬੋਲਦਾ, ਜਾਣ ਬੁੱਝ ਕੇ ਬੋਲਦਾ ਜਾਂ ਅਣਜਾਣੇ ਵਿੱਚ ਬੋਲਦਾ ਵਾਂ। ਸੋ ਮੈਂ ਮੰਨਦਾ। ਅਤੇ ਆਪਾਂ ਜੇ ਕਹੀ ਵੀ ਮੈਂ ਤਾਂ ਕੁਛ ਗਲਤ ਬੋਲਿਆ ਹੀ ਨਹੀਂ, ਹੁਣ ਕਿਸੇ ਨੂੰ ਪਤਾ ਲੱਗੇ ਚਾਹੇ ਨਾ ਲੱਗੇ, ਆਪਣੇ ਆਪ ਨੂੰ ਤਾਂ ਪਤਾ ਹੀ ਹੈ ਨਾ ਵੀ ਅਸੀਂ ਇੱਥੇ ਆਹ ਚੀਜ਼ ਗਲਤ ਬੋਲੀ ਆ। ਸੋ ਪਹਿਲੀ ਤਾਂ ਗਲਤੀ ਆਪਾਂ ਜੇ ਦੇਖੀਏ ਤਾਂ ਸਾਰਿਆਂ ਨਾਲੋਂ ਵੱਡੀ ਗਲਤੀ, ਹੁਣ ਇਹ ਤੁਹਾਨੂੰ ਇੱਕ ਬਹੁਤ ਛੋਟੀ ਜਿਹੀ ਚੀਜ਼ ਲੱਗੇਗੀ, ਪਰ ਸਾਡੇ ਲਈ ਜਿਹੜੇ ਅਸੀਂ ਮੁੱਢ ਦੇ ਪੁਜਾਰੀ ਹਾਂ, ਸਾਨੂੰ ਇਹ ਬਹੁਤ ਹੀ ਜ਼ਿਆਦਾ ਵੱਡੀ ਗਲਤੀ ਲੱਗਦੀ ਹੈ। ਜਿਹੜੀ ਗੁਰੂ ਨਾਨਕ ਸਾਹਿਬ ਜੀ ਨੂੰ ਧੰਨ ਕਹਿਣ ਦੀ ਬਜਾਏ ਇਕੱਲਾ ਨਾਨਕ ਕਹਿ ਕੇ ਬੁਲਾਉਣਾ, ਇਹ ਸਾਰਿਆਂ ਨਾਲੋਂ ਵੱਡੀ ਗਲਤੀ ਹੈ। ਹੁਣ ਜੇ ਆਪਾਂ ਇਹੀ ਗਲਤੀ ਇੱਕ ਗਲਤੀ ਹੋ ਲੈ ਲਈਏ ਨਾ, ਇਹ ਬਹੁਤ ਹੀ ਜ਼ਿਆਦਾ ਵੱਡੀ ਗਲਤੀ ਹੈ। ਤੁਸੀਂ ਸਾਰੇ ਪ੍ਰਚਾਰਕ ਜਿਹੜੇ ਵੀ ਗੁਰੂ ਨਾਨਕ ਸਾਹਿਬ ਦਾ ਨਾਂ ਲੈ ਕੇ ਬੁਲਾਉਂਦੇ ਆ, ਆਪਦੇ ਪਿਓ ਨੂੰ ਕਦੇ ਨਾਂ ਲੈ ਕੇ ਬੁਲਾ ਕੇ ਦੇਖਿਓ। ਪਿਓ ਦੇ ਮੂਹਰੇ ਖੜ੍ਹ ਕੇ ਨਾ, ਪਿਓ ਦਾ ਇਕੱਲਾ ਨਾਮ, ਨਾ ਪਿੱਛੇ ਸਿੰਘ ਤੇ ਨਾ ਮੂਹਰੇ ਕੁਛ ਹੋਰ, ਇਕੱਲਾ ਵਿਚਾਰੜਾ ਜੋ ਵੀ ਆ, ਹਰਨਾਮ ਆ, ਜੋ ਵੀ ਆ, ਜੋ ਕੁਛ ਵੀ ਆ, ਐਗਜ਼ਾਮਪਲ ਦੇ ਰਿਹਾ ਇਹ, ਜੋ ਕੁਛ ਵੀ ਨਾਮ ਆ, ਉਹ ਇਕੱਲਾ ਨਾਮ ਲੈ ਕੇ ਆਪਦੇ ਪਿਓ ਦੇ ਮੂਹਰੇ ਖੜ੍ਹ ਕੇ ਪਿਓ ਨੂੰ ਬੁਲਾ ਕੇ ਦੇਖਿਓ ਕਦੇ, ਆਪਦੇ ਦਾਦੇ ਨੂੰ ਬੁਲਾ ਕੇ ਦੇਖਿਓ ਕਦੇ, ਆਪਦੇ ਪੜਦਾਦੇ ਨੂੰ ਬੁਲਾ ਕੇ ਦੇਖਿਓ, ਆਪਦੇ ਬਾਬੇ ਨੂੰ ਬੁਲਾ ਕੇ ਦੇਖਿਓ, ਆਪਦੀ ਮਾਂ ਦਾ ਨਾਂ ਲੈ ਕੇ ਬੁਲਾ ਕੇ ਦੇਖਿਓ। ਸੋ ਇਹ ਇੱਕ
ਬਹੁਤ ਹੀ ਜ਼ਿਆਦਾ ਵੱਡੀ ਗਲਤੀ ਹੈ। ਹੁਣ ਇਹ ਨਾ ਕਹੋ ਵੀ ਸਾਰੇ ਜਿਹੜੇ ਗਾਇਕ ਆ ਗਵਈਏ ਆ ਉਹ ਵੀ ਨਾਨਕ ਨਾਨਕ ਕਰਦੇ ਆ ਜਾਂ ਕੁਝ ਵੀ ਆ। ਸੋ ਆਪਾਂ ਧਰਮ ਦਾ ਮਖੌਟਾ ਕਹਿ ਲਓ ਜਾਂ ਠੇਕੇਦਾਰੀ ਕਹਿ ਲਓ, ਉਹ ਆਪਣੇ ਕੋਲੇ ਆ। ਆਪਾਂ ਉਹ ਚੀਜ਼ ਲਈ ਹੋਈ ਆ, ਕਾਪੀਰਾਈਟ ਲਿਆ ਹੋਇਆ। ਆਪਾਂ ਪ੍ਰਚਾਰਕ ਆ ਧਰਮ ਦੇ। ਸੋ ਆਪਣੇ ਮੂੰਹੋਂ ਇਹ ਗੱਲ ਨਹੀਂ ਫੱਬਦੀ। ਸੋ ਅਗਰ ਆਪਾਂ ਬਾਕੀ ਸਾਰੀਆਂ ਗੱਲਾਂ ਛੱਡ ਦਿਓ, ਮੈਂ ਕਿਸੇ ਤੁਸੀਂ ਸੰਤ ਦੇ ਬਾਰੇ ਬੋਲੇ ਆ, ਕੁਝ ਬੋਲੇ ਆ, ਮੈਂ ਉਹ ਚੀਜ਼ ਨੂੰ ਨਹੀਂ ਕਹਿੰਦਾ। ਪਰ ਹਾਂ, ਉੱਥੇ ਵੀ ਗਲਤੀ ਹੈ। ਤੁਸੀਂ ਜਿਹੜਾ ਕੋਈ ਸੰਤ ਸਾਧ ਗਲਤ ਹੈ ਉਹਨੂੰ ਕਹੋ। ਤੁਸੀਂ ਇਕੱਲਾ ਸੰਤ ਜਾਂ ਅੱਜ ਕੱਲ੍ਹ ਦੇ ਬਾਬੇ ਜਾਂ ਅੱਜ ਕੱਲ੍ਹ ਦੇ ਬ੍ਰਹਮ ਗਿਆਨੀ ਜਾਂ ਕੁਛ ਹੈ ਕਿ ਸ਼ਬਦ ਕਹਿ ਕੇ ਬੋਲ ਦਿੰਦੇ ਹੋ, ਪਰ ਉਹ ਚੀਜ਼ ਗਲਤ ਹੈ। ਸਾਰੇ ਨਹੀਂ ਇੱਕੋ ਜਿਹੇ ਹੁੰਦੇ, ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ। ਚਲੋ ਇਹਨੂੰ ਤੁਸੀਂ ਛੱਡੋ, ਇਹ ਤੁਸੀਂ ਕਹੋਗੇ ਵੀ ਇਹ ਤਾਂ ਆਪ ਦਾ ਪੱਖ ਪੂਰਦੇ ਆ, ਇਹ ਗਲਤੀਆਂ ਨੂੰ ਛੱਡੋ। ਇਹ ਤਾਂ ਚਲੋ ਆਪਾਂ ਨਹੀਂ ਗਲਤੀਆਂ ਮੰਨਦੇ, ਚਲੋ ਨਹੀਂ ਗਲਤੀਆਂ ਕੀਤੀਆਂ, ਤੁਸੀਂ ਸੰਪਰਦਾ ਬਾਰੇ ਬੋਲੇ, ਕੁਛ ਨਹੀਂ ਕੀਤਾ। ਪਰ ਤੁਸੀਂ ਜਿਹੜੀ ਬਾਣੀ ਗੁਰੂ ਸਾਹਿਬਾਂ ਦੇ ਇਤਿਹਾਸ ਨੂੰ 13 ਨਹੀਂ ਤੋਲੀਆਂ ਸੀ, ਭੁੱਖੇ ਸਾਧੂਆਂ ਨੂੰ ਭੋਜਨ ਨਹੀਂ ਛਕਾਇਆ ਸੀ, ਬਾਬੇ ਨੂੰ ਨਿਕੰਮਾ ਸਾਬਤ ਕਰਤਾ, ਉਹ ਕਰਤਾ। ਸੋ ਇਹ ਗਲਤੀਆਂ ਨਹੀਂ। ਸਿੱਖਿਆ ਤਾਂ ਆਪਾਂ ਕੀ ਲੈਣੀ ਆ? ਖਾਵੋ ਖਰਚੋ ਰਲ ਮਿਲ ਭਾਈ, ਤੋੜਨਾ ਆਵੇ ਵਾਧੂ ਜਾਈ। ਸੋ ਜਿਹੜੀ ਖਾਵ ਹੈ ਖਰਚੇ ਵਾਲੀ ਗੱਲ ਆ ਵੀ ਆਪਾਂ ਰਲ ਮਿਲ ਕੇ ਆਪਾਂ ਜੋ ਕੁਝ ਕਰਦੇ ਆ, ਕਿਸੇ ਨੂੰ ਬੇਸਹਾਰਾ ਨੂੰ ਆਪਾਂ ਕੁਝ ਹੈਲਪ ਕਰਤੀ ਆ, ਕਿਸੇ ਭੁੱਖੇ ਸਾਧੂਆਂ ਨੂੰ ਭੋਜਨ ਛਕਾਤਾ, ਉਹ ਜਿਹੜੇ ਸਾਧੂ ਸੀ ਉਹ ਪ੍ਰਮਾਤਮਾ ਤੇ ਨਿਰਭਰ ਸੀ। ਉਹ ਆਪਣਾ ਬੈਠੇ ਰਹਿੰਦੇ ਸੀ। ਅਗਰ ਪ੍ਰਮਾਤਮਾ ਨੇ ਚਾਹਿਆ ਕੁਛ ਭੇਜਤਾ ਤਾਂ ਛਕ ਲੈਣਾ, ਨਹੀਂ ਤਾਂ ਭੁੱਖੇ। ਉਹ ਸਾਧੂ 7-8 ਦਿਨਾਂ ਤੋਂ ਭੁੱਖੇ ਸੀ। ਸੋ ਗੁਰੂ ਨਾਨਕ ਸਾਹਿਬ ਜਾਣੀ ਜਾਣ ਸੀ, ਕਿਉਂਕਿ ਅਕਾਲ ਪੁਰਖ ਸੀ ਖੁਦ। ਜਾਣੀ ਜਾਣ ਸੀ। ਉਹਨਾਂ ਨੇ ਦੇਖਿਆ ਵੀ ਹਾਂ ਵੀ ਇਹ ਸਾਧੂ ਜਿਹੜੇ ਹੈਗੇ ਨੇ 7 ਦਿਨ ਤੋਂ 8 ਦਿਨ ਤੋਂ ਭੁੱਖੇ ਨੇ। ਹੁਣ ਇਹ ਕਹਿ ਦੋ ਵੀ ਕਿਵੇਂ ਕੱਟ ਸਕਦੇ ਆ ਅਣਕੁਦਰਤੀ ਸਾਹਿਬ, ਇਹ ਗੱਲਾਂ ਬੇਕਾਰ ਨੇ। ਸੋ ਉਹਨਾਂ ਨੂੰ ਅਗਰ ਗੁਰੂ ਸਾਹਿਬਾਂ ਨੇ ਭੋਜਨ ਛਕਾ ਕੇ ਉਹਨਾਂ ਤੇ ਦਇਆ ਕੀਤੀ, ਕਿਉਂਕਿ ਦਇਆ ਧਰਮ ਦਾ ਮੂਲ ਆ, ਇਹ ਧਰਮ ਦਾ ਮੋਢੀ ਦਇਆ ਵਾ। ਸੋ ਉਹਨਾਂ ਨੇ ਜੇ ਅਗਰ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਕੇ ਉਹਨਾਂ ਨੂੰ ਵਸਤਰ ਤੇ ਰਾਸ਼ਨ ਪਾਣੀ ਅੱਗੇ ਵਾਸਤੇ ਵੀ ਦੇ ਦਿੱਤਾ। ਸੋ ਕਹਿੰਦੇ ਵੀ 20 ਰੁਪਏ ਦੀ ਖੋਜ ਤਾਂ ਉਦੋਂ ਹੋਈ ਨਹੀਂ ਸੀ। ਆਪਾਂ ਪਿਛਲੀ ਵੀਡੀਓ ਦੇ ਵਿੱਚ ਵਿਚਾਰ ਵੀ ਕੀਤੀ ਸੀ ਵੀ ਰੁਪਈਆ ਸ਼ਬਦ 1540 ਦੇ ਵਿੱਚ ਆ ਗਿਆ ਸੀ, ਜਦੋਂ ਦੀ ਇਹ ਗੱਲ ਗੁਰੂ ਅੰਗਦ ਸਾਹਿਬ ਜੀ ਨੂੰ ਭਾਈ ਬਾਲਾ ਜੀ ਨੇ ਦੱਸੀ ਆ। ਸੋ ਗੱਲ ਉਹ ਕਰਦੇ ਵੀ ਆਪਾਂ ਨੂੰ ਵੀ ਸਾਰਾ ਪਤਾ ਵੀ ਆਪਾਂ ਕਿੱਥੇ ਕਿੱਥੇ ਕੀ ਗਲਤੀ ਕੀਤੀ ਆ। ਸੋ ਆਪਾਂ ਬਾਣੀ ਦਾ ਸ਼ਬਦ ਆ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਇਹ ਆਪਾਂ ਇਸ ਦਾ ਪ੍ਰਚਾਰ ਹਰ ਇੱਕ ਵੀਡੀਓ ਵਿੱਚ ਕਰਦੇ ਹਾਂ। ਹਰ ਇੱਕ ਵੀਡੀਓ ਦੇ ਵਿੱਚ ਆਪਾਂ ਇਸ ਚੀਜ਼ ਨੂੰ ਕਰਦੇ ਹਾਂ, ਕਿਉਂਕਿ ਪ੍ਰਮਾਤਮਾ ਨੂੰ ਆਪਾਂ ਸਰਬ ਵਿਆਪਕ ਹਰੇਕ ਵੀਡੀਓ ਦੇ ਵਿੱਚ ਵਿਚਾਰਦੇ ਹਾਂ। ਜਿਸ ਤਰ੍ਹਾਂ ਮਰਜ਼ੀ ਵਿਚਾਰਦੇ ਤਾਂ ਹੋ ਨਾ ਵੀ ਕੁਦਰਤ ਨੂੰ ਸਮਝ ਲੈਣਾ ਹੀ, ਰੱਬ ਨੂੰ ਸਮਝ ਲੈਣਾ ਹੀ, ਰੱਬ ਨੂੰ ਪਾਉਣਾ ਕਿ ਰੱਬ ਸਰਬ ਵਿਆਪਕ ਹੈ, ਸਭ ਜਗ੍ਹਾ ਹੈ। ਤਾਂ ਫਿਰ ਬਾਬਾ ਚਰਨ ਸਿੰਘ ਜੀ ਨੇ ਪਿਛਲੀ ਵੀਡੀਓ ਸਵਾਲ ਕੀਤਾ ਸੀ, ਅਗਰ ਪ੍ਰਮਾਤਮਾ ਸਾਰੀ ਜਗ੍ਹਾ ਤੁਸੀਂ ਮੰਨਦੇ ਹੋ ਤਾਂ ਤੁਸੀਂ ਜਥੇਦਾਰਾਂ ਨੂੰ ਜਾਂ ਕਿਸੇ ਹੋਰ ਨੂੰ ਮਾੜਾ ਕਿਉਂ ਕਹਿੰਦੇ ਹੋ? ਕਿਉਂਕਿ ਕੀ ਉਹਨਾਂ ਦੇ ਵਿੱਚ ਪ੍ਰਮਾਤਮਾ ਨਹੀਂ ਵਸਦਾ? ਸੋ ਕਹਿਣੀ ਤੇ ਕਥਨੀ 'ਚ ਫਰਕ ਹੈ, ਬਹੁਤ ਫਰਕ ਹੈ। ਪ੍ਰਮਾਤਮਾ ਨੂੰ ਸਭ ਥਾਈਂ ਦੇਖਿਆ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ ਨੂੰ ਮੰਨਿਆ। ਕਿਹਨੇ ਮੰਨਿਆ? ਹੁਣ ਆਪਾਂ ਜੇ ਕਹਿ ਚਲੋ ਮੈਂ ਕਿਸੇ ਸੰਤ ਕਿਸੇ ਮਹਾਤਮਾ ਦਾ ਨਾਮ ਨਾਲ ਤੁਸੀਂ ਕਹਿੰਦੇ ਤਾਂ ਆਪਦਿਆਂ ਨੂੰ ਪੂਰਦੇ ਆ। ਸੋ ਆਪਾਂ ਗੱਲ ਭਾਈ ਕਨ੍ਹਈਆ ਜੀ ਤੇ ਲੈ ਕੇ ਆਈਏ। ਸੋ ਉਹਨਾਂ ਨੇ ਮੁਗਲਾਂ ਨੂੰ ਪਾਣੀ ਪਿਲਾਇਆ। ਕਲਗੀਧਰ ਪਾਤਸ਼ਾਹ ਕੋਲ ਸ਼ਿਕਾਇਤ ਚਲੇਗੀ ਵੀ ਇਹ ਤਾਂ ਕਨ੍ਹਈਆ ਤਾਂ ਮੁਗਲਾਂ ਨੂੰ ਪਾਣੀ ਪਈ ਜਾਂਦਾ, ਅਸੀਂ ਉਹਨਾਂ ਨੂੰ ਮਸਾਂ ਕਰਦੇ ਹਾਂ ਤੇ ਇਹ ਫਿਰ ਪਾਣੀ ਪਿਆ ਕੇ ਫਿਰ ਤਗੜੇ ਕਰੀ ਜਾਂਦਾ ਉਹਨਾਂ ਨੂੰ, ਉਹ ਫਿਰ ਸਾਡੇ ਨਾਲ ਲੜਨ ਆ ਜਾਂਦੇ ਆ। ਜਦੋਂ ਪੁੱਛਿਆ ਗਿਆ ਵੀ ਹਾਂ ਬਈ, ਉਹ ਕਹਿੰਦੇ ਜੀ ਮੈਂ ਤਾਂ ਤੁਹਾਡਾ ਰੂਪ ਹੀ ਸਾਰਿਆਂ 'ਚ ਦੇਖਦਾ, ਕਿਉਂਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਪਰਮਾਤਮਾ ਸਾਰਿਆਂ ਦੇ ਵਿੱਚ ਆ, ਮੈਨੂੰ ਮੁਗਲ ਵੀ ਤੁਹਾਡਾ ਰੂਪ ਹੀ ਲੱਗਦੇ ਨੇ। ਤਾਂ ਕਲਗੀਧਰ ਪਾਤਸ਼ਾਹ ਬੜੇ ਪ੍ਰਸੰਨ ਹੋਏ, ਕਹਿੰਦੇ ਆ ਚੱਕ ਮੱਲਮ
ਮਲਮ ਦੀ ਡੱਬੀ ਮੰਗਾਈ, ਕਹਿੰਦੇ ਹੁਣ ਜ਼ਖਮਾਂ ਤੇ ਮਲਮ ਵੀ ਲਾਇਆ ਕਰ। ਸੋ ਸਭ ਗੋਬਿੰਦ ਹੈ, ਸਭ ਗੋਬਿੰਦ ਹੈ ਕਹਿਣ ਨਾਲੋਂ ਆਪਾਂ ਜੇ ਮੰਨੀਏ ਨਾ, ਤੁਸੀਂ ਆਪ ਹੀ ਕਹਿੰਦੇ ਹੋ ਕਿ ਪ੍ਰਮਾਤਮਾ ਨੂੰ ਸਮਝ ਲੈਣਾ ਹੀ ਪ੍ਰਮਾਤਮਾ ਨੂੰ ਪਾਉਣਾ ਹੈ, ਤਾਂ ਇਹ ਸਭ ਗੋਬਿੰਦ ਹੈ, ਸਭ ਗੋਬਿੰਦ ਹੈ ਇਹ ਇੱਕ ਕਹਿਣ ਦੀ ਗੱਲ ਨਹੀਂ, ਇਹ ਇੱਕ ਅਵਸਥਾ ਹੈ। ਇਸ ਅਵਸਥਾ ਨੂੰ ਆਪਾਂ ਕਹੀਏ ਨਾ, ਆਪਾਂ ਮੰਨੀਏ। ਅਵਸਥਾ ਕੋਈ ਆਪਾਂ ਕਹਿ ਦਈਏ ਵੀ ਅਵਸਥਾ ਕੋਈ ਕਹਿਣ ਦੀ ਚੀਜ਼ ਥੋੜੀ ਹੁੰਦੀ ਆ, ਇਹ ਤਾਂ ਵਰਤਦੀ ਆ। ਅਸੀਂ ਉਹ ਚੀਜ਼ ਕਹਿੰਦੇ ਆ ਪਰ ਮੰਨਦੇ ਨਹੀਂ। ਸੋ ਆਪਾਂ ਇਸ ਚੀਜ਼ ਨੂੰ ਵੀ ਇੱਕ ਗਲਤੀ ਲੈ ਲਈ। ਤੁਸੀਂ ਜਾ ਕੇ ਉੱਥੇ ਕਹਿ ਦਿਓ ਵੀ ਹਾਂ ਵੀ ਆਹ ਗਲਤੀ ਮੈਂ ਕੀਤੀ, ਹਾਂ ਮੈਂ ਵੀ ਬਾਕੀ ਨਹੀਂ ਮੈਂ ਮੰਨਦਾ। ਚਲੋ ਤੁਹਾਨੂੰ ਛੋਟੀ ਲੱਗੂਗੀ ਪਰ ਸਾਨੂੰ ਗਲਤੀ ਬਹੁਤ ਵੱਡੀ ਲੱਗਦੀ, ਕਿਉਂਕਿ ਬਾਣੀ ਦੀ ਆਪਾਂ ਲੱਖਾਂ ਸਾਨੂੰ ਲੋਕ ਸੁਣਦੇ ਨੇ, ਸਾਡੇ ਪ੍ਰਚਾਰ ਕਰ ਰਹੇ ਨੇ ਆਪਾਂ, ਪਰ ਗੱਲ ਗਲਤ ਚੱਲਦੀ ਆ। ਆਪਾਂ ਖੁਦ ਨਹੀਂ ਮੰਨਦੇ, ਆਪਾਂ ਕਿਸੇ ਨੂੰ ਕੀ ਕਹਿ ਦੇਵਾਂਗੇ। ਇੱਕ ਬੀਬੀ ਆਈ ਕਿਸੇ ਮਹਾਤਮਾ ਕੋਲੇ, ਪਿੱਛੇ ਜੀ ਵੀ ਆਪਾਂ ਇੱਕ ਗੱਲ ਸ਼ੇਅਰ ਕੀਤੀ ਸੀ। ਕਹਿੰਦੇ ਕਿ ਬੀਬੀ ਆਈ ਮਹਾਤਮਾ ਕੋਲੇ ਤੇ ਕਹਿੰਦੀ ਜੀ ਮੇਰਾ ਪੁੱਤ ਬੜਾ ਗੁੜ ਖਾਂਦਾ, ਮਿੱਠਾ ਬਹੁਤ ਖਾਂਦਾ, ਇਹਨੂੰ ਕੁਛ ਸਮਝਾਓ, ਸਾਡੇ ਤਾਂ ਕਹਿਣੇ ਤੋਂ ਬਾਹਰ ਆ, ਸਮਝਦਾ ਨਹੀਂ। ਤਾਂ ਮਹਾਤਮਾ ਜੀ ਕਹਿਣ ਲੱਗੀ ਬੀਬੀ ਕੱਲ੍ਹ ਨੂੰ ਆਈ। ਕਹਿੰਦੇ ਚਲੋ ਠੀਕ ਆ। ਉਹ ਵਿਚਾਰੀ ਬਹੁਤ ਦੂਰੋਂ ਆਈ ਸੀ, ਚਲੋ ਫਿਰ ਚਲੀ ਗਈ, ਮਸਾਂ ਆਈ ਸੀ ਮਸਾਂ ਗਈ। ਚਲੋ ਫਿਰ ਮਸਾਂ ਗਰਮੀ ਦੇ ਦਿਨ ਸੀ, ਮਸਾਂ ਆਈ, ਫਿਰ ਆਈ। ਅਤੇ ਫਿਰ ਜਦੋਂ ਪੁੱਛਿਆ ਵੀ ਬਾਬਾ ਜੀ ਇਹਨੂੰ ਸਮਝਾਓ, ਇਹ ਮਿੱਠਾ ਖਾਣੋਂ ਨਹੀਂ ਹਟਦਾ। ਕਹਿੰਦੇ ਹਾਂ ਪੁੱਤਰ ਮਿੱਠਾ ਨਹੀਂ ਖਾਈਦਾ, ਇਹ ਮਿੱਠਾ ਸਿਹਤ ਲਈ ਬਹੁਤ ਹਾਨੀਕਾਰਕ ਆ, ਸ਼ੂਗਰ ਹੋ ਜੂ ਤੈਨੂੰ, ਛੋਟੀ ਉਮਰੇ ਮਿੱਠਾ ਖਾਣ ਲੱਗ ਗਿਆ ਤੇ ਤੈਨੂੰ ਔਖਾ ਹੋਊਗਾ, ਤੇਰੀ ਸਿਹਤ ਖਰਾਬ ਹੋ ਜੂਗੀ। ਇੰਨਾ ਕਹਿ ਕੇ ਚੁੱਪ ਕਰ ਗਏ। ਬੀਬੀ ਬੜੀ ਹੈਰਾਨ, ਬੀਬੀ ਦੇ ਇੱਕ ਚੜ੍ਹੇ ਇੱਕ ਉਤਰੇ। ਕਹਿੰਦੀ ਜੇ ਆਹੀ ਗੱਲ ਕਹਿਣੀ ਸੀ ਤਾਂ ਤੁਸੀਂ ਕੱਲ੍ਹ ਹੀ ਕਹਿ ਦਿੰਦੇ, ਮੈਂ ਇੰਨੀ ਵਾਟ ਚੱਲ ਕੇ ਆਈ ਹਾਂ, ਗਰਮੀ ਦਾ ਦਿਨ ਸੀ, ਮਸਾਂ ਜੇਠ ਹਾੜ ਦੇ ਦਿਨ ਚੱਲਦੇ ਆ, ਮਸਾਂ ਆਈ ਮੈਂ ਮਸਾਂ ਗਈ ਹਾਂ, ਇਹੀ ਗੱਲ ਤੁਸੀਂ ਕੱਲ੍ਹ ਕਹਿ ਦਿੰਦੇ। ਉਹ ਕਹਿੰਦੇ ਬੀਬੀ ਕੱਲ੍ਹ ਤੱਕ ਮੈਂ ਖੁਦ ਗੁੜ ਖਾਂਦਾ ਸੀ। ਸੋ ਜਿੰਨਾ ਟਾਈਮ ਆਪਾਂ ਖੁਦ ਉਹ ਕੰਮ ਕਰ ਰਹੇ ਹਾਂ, ਆਪਾਂ ਕਿਸੇ ਨੂੰ ਕੀ ਕਹਿ ਸਕਦੇ ਹਾਂ। ਸਾਡੇ ਮਨ 'ਚ ਹੋਰ ਆ, ਮੂੰਹ 'ਚ ਹੋਰ ਆ। ਸੋ ਆਪਾਂ ਨੂੰ ਸਾਰਾ ਕੁਛ ਪਤਾ ਵੀ ਆਪਾਂ ਕੀ ਕੁਛ ਗਲਤ ਕਹਿ ਰਹੇ ਹਾਂ। ਹੁਣ ਜੇ ਆਪਾਂ ਕਹੇ ਵੀ ਮੈਂ ਨਹੀਂ ਜਾਣਾ, ਮੈਂ ਕੀ ਕਰਨਾ, ਮੈਂ ਨਹੀਂ ਮੰਨਦਾ ਸਰਕਾਰੀ ਜਥੇਦਾਰਾਂ ਨੂੰ, ਮੈਂ ਨਹੀਂ ਮੰਨਦਾ ਉਹਨਾਂ ਨੂੰ। ਸੋ ਸਰਕਾਰੀ ਜਥੇਦਾਰ ਕਿਵੇਂ ਬਣ ਗਏ, ਮੈਨੂੰ ਸਮਝ ਨਹੀਂ ਹਾਲੇ ਤੱਕ ਆਉਂਦੀ। ਜਿੱਥੇ ਆਪਾਂ ਜਾਂਦੇ ਹਾਂ ਸਿਕਿਉਰਿਟੀ ਆਪਣੇ ਨਾਲ ਹੁੰਦੀ ਹੈ, ਗਨਮੈਨ ਆਪਣੇ ਨਾਲ ਹੁੰਦੇ ਆ, ਕਮਾਂਡੋ ਵੀ ਹੁੰਦੇ ਆ। ਸੋ ਸਰਕਾਰੀ ਆਪਾਂ ਹੋਏ ਕਿ ਉਹ ਨਿਰਭਉ ਜਪੇ ਸਗਲ ਭਾਉ ਮਿਟੇ। ਆਪਾਂ ਨਿਰਭਉ ਨੂੰ ਹਜੇ ਤੱਕ ਜਪਿਆ ਹੀ ਨਹੀਂ, ਹਾਲੇ ਵੀ ਸਾਨੂੰ ਭੈ ਹੈ। ਸੋ ਇਹ ਆਪਾਂ ਡਰ ਨੂੰ ਮਨ ਚੋਂ ਕੱਢੀਏ। ਸੋ ਮੇਨ ਗੱਲ ਤਾਂ ਇਹ ਆ ਵੀ ਅਗਰ ਮੈਂ ਜਾਣਾ ਵਾਂ ਤਾਂ ਹੁਣ ਤੱਕ ਦਾ ਮੇਰਾ ਕੀਤਾ ਪ੍ਰਚਾਰ ਮੇਰੀਆਂ ਸੰਗਤਾਂ 'ਤੇ ਮਾੜਾ ਪ੍ਰਭਾਵ ਪਊਗਾ, ਸੰਗਤਾਂ ਨੇ ਮੈਨੂੰ ਮੰਨਣੋਂ ਹਟ ਜਾਣਾ, ਮੇਰਾ ਪਰਮੇਸ਼ਰ ਦੁਆਰ ਕਿਤੇ ਖੁੱਸ ਨਾ ਜਾਵੇ। ਸੋ ਉਹ ਇੰਨੇ ਵੀ ਪਾਪੀ ਨਹੀਂ ਹੈਗੇ ਜਿੰਨੇ ਆਪਾਂ ਸਮਝੇ ਨੇ। ਉਹਨਾਂ ਨੇ ਤੁਹਾਡਾ ਪਰਮੇਸ਼ਰ ਦੁਆਰ ਲੈ ਕੇ ਕਰਨਾ ਕੀ, ਦੱਸੋ? ਕਿਉਂ ਲੈਣਗੇ ਤੁਹਾਡਾ ਪਰਮੇਸ਼ਰ ਦੁਆਰ? ਉਹਨਾਂ ਨੇ ਕੀ ਲੈਣੀ ਤੁਹਾਡੀ ਇਹ ਇਜਾਜ਼ਤ ਤੋਂ ਬਣਾਈ? ਤੁਸੀਂ ਆਪਦੀ ਪ੍ਰਚਾਰ ਰਾਹੀਂ ਜੋ ਵੀ ਪੈਸਾ ਇਕੱਠਾ ਕੀਤਾ, ਜੋ ਕੁਛ ਵੀ ਕੀਤਾ, ਚਲੋ ਆਪਣੀ ਤੁਸੀਂ ਜ਼ਮੀਨ ਜਾਇਦਾਦ ਬਣਾਈ, ਉਹਨਾਂ ਨੇ ਲੈਣਾ ਕੀ ਤੁਹਾਡੀ ਜ਼ਮੀਨ ਜਾਇਦਾਦ? ਤੁਸੀਂ ਆਪਣੀ ਜ਼ਮੀਨ ਜਾਇਦਾਦ ਰੱਖੋ। ਸੋ ਜਿਹੜੀ ਤਾਂ ਤੁਸੀਂ ਉੱਥੇ ਚਲੋ ਕਹਿਣਗੇ ਵੀ ਤਨਖਾਹ ਲਾ ਲੈਣਗੇ, ਉਹ ਕਰ ਦੇਣਗੇ, ਉਹ ਕਰ ਦੇਣਗੇ, ਜਾਂ ਕੁਛ ਵੀ ਕਰ ਦੇਣਗੇ, ਚਲੋ ਤੁਸੀਂ ਤੁਹਾਡੇ ਕਹਿਣ ਅਨੁਸਾਰ ਵੀ ਉਹ ਨਿਰਪੱਖ ਨਹੀਂ ਹੈਗੇ, ਜੋ ਭੇਦਭਾਵ ਕਰਨਗੇ, ਮੇਰੇ ਨੂੰ ਜਾਣ ਕੇ ਐਂ ਕਰਨਗੇ, ਮੈਨੂੰ ਉਹ ਕਰਨਗੇ, ਮੈਨੂੰ ਛੇਕ ਦੇਣਗੇ। ਸੋ ਆਪਾਂ ਅਗਰ ਜਾ ਕੇ ਗਲਤੀ ਮੰਨ ਲਈਏ ਨਾ, ਫਿਰ ਉਹ ਛੇਕਣਗੇ ਕਿਉਂ ਛੇਕਣਗੇ? ਜਿੱਥੇ ਤੱਕ ਗੱਲ ਹੈ ਵੀ ਤਨਖਾਹ ਲਾਤੀ ਉਹਨਾਂ ਨੇ ਜਾਂ ਕੁਛ ਕਰਤਾ। ਸੋ ਅਗਰ ਆਪਾਂ ਨੂੰ 2-4-5 ਦਿਨਾਂ ਵਾਸਤੇ, ਹਫ਼ਤੇ ਵਾਸਤੇ ਗੁਰੂ ਕੀ ਰੂਪ ਸੰਗਤ, ਗੁਰੂ ਦੀ ਪਿਆਰੀ ਸੰਗਤਾਂ ਦੇ ਬਰਤਨ ਮਾਂਜਦੇ ਵੀ ਪੈ ਗਏ ਤਾਂ ਕਿੱਡੀ ਕੁ ਵੱਡੀ ਗੱਲ। ਸੰਗਤਾਂ ਦੇ ਜੋੜੇ ਸਾਫ਼ ਕਰਦੇ ਅਗਰ ਪੈ ਵੀ ਗਏ ਤਾਂ ਕਿੱਡੀ ਕੁ ਵੱਡੀ ਗੱਲ ਹੈ। ਇਹ ਤਾਂ ਸੇਵਾ, ਇਹ ਕੋਈ ਤਨਖਾਹ ਨਹੀਂ ਹੈ। ਚਲੋ ਬਾਹਲੀ ਗੱਲ ਛੱਡੋ, ਅਗਰ ਤੁਹਾਨੂੰ ਕੋਈ ਬਰਤਨਾਂ ਦੀ ਜਾਂ ਜੋੜਿਆਂ ਸੇਵਾ ਦੀ ਕੁਛ ਵੀ ਲੱਗ ਗਈ ਗੱਲ, ਤਨਖਾਹ ਲੱਗ ਗਈ, ਤਾਂ ਉਹ ਮੈਂ ਭੁਗਤੂੰਗਾ। ਮੈਂ ਬੜੇ ਪਾਪ ਕੀਤੇ ਹੁਣ ਤੱਕ, ਬੜਾ ਕੁਛ ਕੀਤਾ, ਸਾਰਿਆਂ ਨਾਲੋਂ ਦੁਨੀਆ ਦਾ ਵੱਡਾ ਪਾਪੀ ਮੈਂ ਆ। ਇਹ ਕੰਮ ਮੈਂ ਕਰ ਲੂੰਗਾ, ਮੇਰੇ ਪਾਪ ਕੱਟੇ ਜਾਣਗੇ। ਮੈਨੂੰ ਚੰਗਾ ਲੱਗੂਗਾ ਗੁਰੂ ਕੇ ਸੰਗਤਾਂ ਦੇ ਜੋੜੇ ਸਾਫ਼ ਕਰਨੇ, ਗੁਰੂ ਦੇ ਸੰਗਤਾਂ ਦੇ ਝੂਠੇ ਬਰਤਨ ਮੈਂ ਮਾਂਜੂੰਗਾ ਤਾਂ ਮੇਰੇ ਪਾਪ ਕੱਟੇ ਜਾਣਗੇ। ਤੁਸੀਂ ਇਹ ਕੰਮ ਛੱਡ ਦਿਓ, ਮੈਂ ਕਰ ਲੂੰਗਾ, ਹੋਰ ਛੱਡੋ।
ਹੁਣ ਆਪਾਂ ਜੇ ਕਹਿ ਲਈਏ ਵੀ ਮੈਂ ਨਹੀਂ ਜਾਂਦਾ, ਸਰਕਾਰੀ ਜਥੇਦਾਰ ਆ, ਸਰਕਾਰੀ ਉਹ ਆ, ਸਰਕਾਰੀ ਉਹ ਆ, ਤੁਸੀਂ ਕਹਿੰਦੇ ਸਰਕਾਰੀ ਜਥੇਦਾਰ ਆ, ਪਰ ਜਿਹੜਾ ਤਖਤ ਆ ਉਹ ਤਾਂ ਗੁਰੂ ਨਾਨਕ ਦਾ ਤਖਤ ਆ ਨਾ, ਗੁਰੂ ਨਾਨਕ ਦਾ ਤਖਤ ਹੈ। ਚਲੋ ਆਪਾਂ ਜਥੇਦਾਰ ਸਾਹਿਬਾਨ ਨੂੰ ਵੀ ਛੱਡ ਦਿਓ, ਨਹੀਂ ਮੰਨਦੇ, ਪਰ ਤੁਸੀਂ ਤਖਤ ਨੂੰ ਤਾਂ ਮੰਨੋ ਨਾ। ਤੁਸੀਂ ਇਹ ਸਮਝ ਲਓ ਵੀ ਕਿਸੇ ਵਿਅਕਤੀ ਨੇ ਨਹੀਂ ਇਹ ਹੁਕਮ ਦਿੱਤਾ, ਇਹ ਤਖਤ ਤੋਂ ਹੁਕਮ ਆਇਆ। ਹੁਣ ਤੁਸੀਂ ਗੁਰਬਾਣੀ ਨੂੰ ਮੰਨਦੇ ਹੋ ਪਰ ਮੰਨਦੇ ਨਹੀਂ, ਤੁਸੀਂ ਕਹਿੰਦੇ ਹੋ ਕਿਉਂ? ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ। ਇਹ ਤਖਤ ਸੱਚਾ, ਤੁਹਾਨੂੰ ਨਹੀਂ ਲੱਗਦਾ ਸੱਚਾ ਤਖਤ ਹੈ, ਪਰ ਬਾਣੀ ਦੇ ਆਧਾਰ ਤੇ ਤਾਂ ਮੰਨਣਾ ਹੀ ਪੈਣਾ। ਅਗਰ ਤੁਸੀਂ ਬਾਣੀ ਨੂੰ ਵੀ ਨਹੀਂ ਮੰਨਦੇ ਫਿਰ ਆਪਾਂ ਕੁਝ ਨਹੀਂ ਕਹਿ ਸਕਦੇ। ਸੋ ਆਪਾਂ ਨਹੀਂ ਕਿਸੇ ਜਥੇਦਾਰ ਨੂੰ ਮੰਨਦੇ, ਨਹੀਂ ਕਿਸੇ ਨੂੰ ਮੰਨਦੇ, ਨਾ ਮੰਨੋ, ਕੋਈ ਚੱਕਰ ਨਹੀਂ ਹੈਗਾ। ਇਹ ਸੰਵਿਧਾਨ ਆ, ਸਾਨੂੰ ਆਪਣਾ ਹੱਕ ਹੈ ਵਿਚਾਰ ਦੇਣ ਦਾ, ਕੋਈ ਸਾਨੂੰ ਰੋਕ ਨਹੀਂ ਸਕਦਾ, ਠੀਕ ਹੈ। ਪਰ ਅਗਰ ਆਪਾਂ ਗੁਰੂ ਦੇ ਘਰੇ ਜਾ ਕੇ ਹਮ ਅਪਰਾਧੀ ਸਦ ਭੂਲ ਤੇ ਤੁਮ ਬਖਸ਼ਣ ਹਾਰੇ ਆਪਾਂ ਜੇ ਅਰਦਾਸ ਕਰ ਵੀ ਲਵਾਂਗੇ ਤੇ ਫਿਰ ਇਹਦੇ 'ਚ ਘਾਟਾ ਕੀ ਏ? ਤੁਹਾਡੇ ਨੰਬਰ ਵਧਣਗੇ, ਤੁਹਾਡੀ ਪਬਲਿਸਿਟੀ ਵਧੂਗੀ, ਤੁਸੀਂ ਜਾ ਕੇ ਕਹੋਗੇ ਵੀ ਹਾਂ ਵੀ ਮੈਂ ਗਲਤੀ ਕੀਤੀ ਤਾਂ ਨਹੀਂ ਸੀਗੀ ਪਰ ਮੈਂ ਮੰਨਦਾ, ਕਿਉਂਕਿ ਹਮ ਅਪਰਾਧੀ ਸਦ ਭੂਲ ਤੇ। ਮੈਂ ਕਿਸੇ, ਤੁਸੀਂ ਇਹ ਵੀ ਕਹਿ ਸਕਦੇ ਵੀ ਮੈਂ ਕਿਸੇ ਜਥੇਦਾਰ ਸਾਹਿਬਾਨ ਨੂੰ, ਤੁਸੀਂ ਕਹਿੰਦੇ ਵੀ ਮੈਂ ਨਹੀਂ ਮੰਨਦਾ, ਪਰ ਮੈਂ ਤਾਂ ਗੁਰੂ ਨਾਨਕ ਦੇ ਤਖਤ ਕਰਕੇ ਆਇਆ। ਇੱਕ ਵਾਰੀ ਚਲੇ ਜਾਵਾਂਗੇ ਤਾਂ ਫਰਕ ਕੀ ਹੈ? ਉਹ ਗੁਰੂ ਨਾਨਕ ਦਾ ਤਖਤ ਚੱਲ ਕੇ ਤੁਹਾਡੇ ਘਰੇ ਆਵੇ, ਤੁਹਾਡੇ ਨਾਲ ਵਿਚਾਰ ਕਰੇ, ਇਹ ਬਾਈ ਮਾੜੀ ਗੱਲ ਹੈ, ਇਹ ਬਹੁਤ ਮਾੜੀ ਗੱਲ ਹੈ। ਸੋ ਆਪਾਂ ਥੋੜ੍ਹਾ ਜਿਹਾ ਸਿਆਣਪ ਵਰਤੀਏ। ਸੋ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਜੋ ਵੀ ਹੁਕਮ ਆਇਆ ਆਪਾਂ ਉਹਨੂੰ ਮੰਨ ਲਈਏ, ਕਿਤੇ ਕਿਸੇ ਜਥੇਦਾਰ ਸਾਹਿਬਾਨ ਕਰਕੇ ਨਾ ਮੰਨੀਏ, ਪਰ ਗੁਰੂ ਨਾਨਕ ਦੇ ਤਖਤ ਕਰਕੇ ਤਾਂ ਮੰਨੀਏ ਨਾ। ਸੋ ਆਪਾਂ ਕਿਸੇ ਨੂੰ ਕੀ ਸਿੱਖਿਆ ਦੇ ਦਾਂਗੇ ਵੀ ਆਪਣੇ ਤਖਤਾਂ ਦੀ, ਆਪਣੇ ਗੁਰੂ ਦੇ ਘਰ ਦੀ ਗੱਲ ਨਹੀਂ ਸੁਣਨੀ, ਕਿਉਂਕਿ ਬੰਦਾ ਆਪ ਮੁਖਤਿਆਰ ਹੈ ਨਾ, ਬੰਦਾ ਆਪ ਹੀ ਰੱਬ ਹੈ। ਅਸੀਂ ਰੱਬ ਦੀ ਅੰਸ਼ ਨਹੀਂ, ਅਸੀਂ ਰੱਬ ਹਾਂ। ਅਸੀਂ ਗੁਰੂ ਨਾਨਕ ਦੇ ਪੁੱਤਰ ਨਹੀਂ, ਅਸੀਂ ਗੁਰੂ ਨਾਨਕ ਦੇ ਯਾਰ ਹਾਂ। ਬਹੁਤ ਵੀਡੀਓ ਦੇ ਵਿੱਚ ਤੁਹਾਡੇ ਜਿਹੜੇ ਸਮਰਥਕ ਨੇ ਤੁਸੀਂ ਵੀ ਬੋਲਿਆ ਨਾਨਕ ਦੇ ਯਾਰਾਂ ਨੂੰ, ਉਹ ਗੁਰੂ ਨਾਨਕ ਨੇ ਨਾਲ ਤੁਹਾਡੀ ਯਾਰੀ ਕਿਵੇਂ ਪੈ ਗਈ? ਤੁਸੀਂ ਕਿਹੜਾ ਗੁਰੂ ਨਾਨਕ ਸਾਹਿਬ ਦੇ ਨਾਲ ਪੜ੍ਹਦੇ ਰਹੇ ਆ? ਐਡੇ ਐਡੇ ਸੰਤ ਮਹਾਂਪੁਰਸ਼ ਰਿਸ਼ੀ ਹੋਏ ਨੇ, ਉਹ ਗੁਰੂ ਨਾਨਕ ਦੇ ਪੁੱਤਰ ਬਣ ਕੇ ਹੋਏ ਨੇ। ਗੁਰੂ ਨਾਨਕ ਦਾ ਯਾਰ ਤਾਂ ਅਜੇ ਤੱਕ ਕੋਈ ਬਣ ਨਹੀਂ ਸਕਿਆ। ਸੋ ਆਪਾਂ ਗਲਤੀ ਨਹੀਂ ਵੀ ਹੈ ਤਾਂ ਵੀ ਆਪਾਂ ਗੁਰੂ ਦੇ ਘਰੇ ਜਾ ਕਰ ਆਪਾਂ ਦੋਸ਼ੀ ਬਣ ਲਈਏ ਤਾਂ ਚੰਗੀ ਗੱਲ ਹੈ, ਕਿਉਂ ਗੁਰੂ ਅੱਗੇ ਬਾਬਾ ਨਾਨਕ ਸਿੰਘ ਜੀ ਕਿਹਾ ਕਰਦੇ, ਗੁਰੂ ਅੱਗੇ ਜਾਓ ਤਾਂ ਕੁਝ ਬਣ ਕੇ ਨਾ ਜਾਓ, ਸਿੱਧੇ ਹੋ ਜਾਓ। ਜਿੱਦਾਂ ਸੱਪ ਖੁੱਡ 'ਚ ਵੜਨ ਲੱਗਾ ਸਿੱਧਾ ਹੋ ਜਾਂਦਾ, ਸਿੱਧੇ ਹੋ ਜਾਓ ਜਾ ਕੇ ਗੁਰੂ ਦੇ ਦਰ 'ਤੇ। ਸੋ ਆਪਾਂ ਆਪਦੀਆਂ, ਅਸੀਂ ਤਾਂ ਹਰੇਕ ਰੋਜ਼ ਅਰਦਾਸ ਕਰਦੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮੂਹਰੇ। ਹੁਣ ਐਂ ਲੱਗਾ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਾਂ ਸਾਡੇ ਕੋਲ ਵੀ ਹੈਗੇ ਨੇ, ਉੱਥੇ ਕਿਹੜਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੱਖਰੇ ਨੇ? ਸੋ ਗੱਲ ਤਾਂ ਮੰਨਣ ਦੀ ਆ ਨਾ। ਗੁਰੂ ਸਾਹਿਬ ਦਾ ਪਹਿਲਾ ਪ੍ਰਕਾਸ਼ ਉੱਥੇ ਹੀ ਹੋਇਆ। ਸੋ ਆਪਾਂ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਇਹਨੂੰ ਮੰਨੀਏ, ਗੁਰੂ ਨੂੰ ਮੰਨੀਏ, ਗੁਰੂ ਦੇ ਹੁਕਮ ਨੂੰ ਮੰਨੀਏ। ਗੁਰੂ ਅੱਗੇ ਜਾ ਕੇ ਆਪਾਂ ਅਪਰਾਧੀ ਬਣਦੇ ਹਾਂ ਤਾਂ ਆਪਣੀ ਕੋਈ ਇੱਜ਼ਤ ਨਹੀਂ ਘਟਦੀ, ਕੁਛ ਨਹੀਂ ਘਟਦਾ, ਸਮਾਂ ਕਿ ਇੱਜ਼ਤ ਵੱਧਦੀ ਆ। ਗੁਰੂ ਦੀ ਸਿਫਤ ਸਲਾਹ ਕਰੀਏ, ਗੁਰੂ ਦੇ ਗੁਣ ਗਾਈਏ। ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹ ਹੀ ਪਾਤਸ਼ਾਹ, ਉਹ ਤਾਂ ਪਾਤਸ਼ਾਹ ਦਾ ਪਾਤਸ਼ਾਹ ਬਣ ਜਾਂਦਾ ਜਿਹਨੂੰ ਸਿਫਤ ਸਲਾਹ ਮਾਲਕ ਬਖਸ਼ਦਾ। ਆਪਾਂ ਨੂੰ ਬਖਸ਼ੀ ਹੋਈ ਆ। ਆਪਾਂ ਗੁਰੂ ਨਾਨਕ ਦੇ ਪੁੱਤਰ ਆ, ਗੁਰੂ ਨਾਨਕ ਦੇ ਯਾਰ ਨਹੀਂ ਹੈਗੇ। ਆਪਾਂ ਗੁਰੂ ਨਾਨਕ ਨੂੰ ਯਾਰ ਕਿਹਾ, ਇਹ ਵੀ ਆਪਣੀ ਗਲਤੀ ਹੈ। ਆਪਾਂ ਬਾਹਲੀਆਂ ਵੱਡੀਆਂ ਗਲਤੀਆਂ ਨੂੰ ਛੱਡ ਦਿਓ, ਸਰੋਵਰਾਂ ਨੂੰ ਪਾਣੀ ਕਿਹਾ ਛੱਡ ਦਿਓ, ਬਿਲਡਿੰਗਾਂ ਗੁਰੂਦੁਆਰਿਆਂ ਨੂੰ ਬਿਲਡਿੰਗਾਂ ਕਹਿਤੀਆਂ, ਚਲੋ ਕੋਈ ਚੱਕਰ ਨਹੀਂ, ਛੱਡ ਦਿਓ। ਪਰ ਜਿਹੜੀਆਂ ਆਹ ਗਲਤੀਆਂ ਤਾਂ ਛੋਟੀਆਂ ਛੋਟੀਆਂ ਤੁਹਾਨੂੰ ਲੱਗਦੀਆਂ ਪਰ ਸਾਡੇ ਲਈ ਬਹੁਤ ਵੱਡੀਆਂ ਨੇ। ਆਪਾਂ ਇਹੀ ਗਲਤੀਆਂ ਲੈ ਲਈ ਵੀ ਹਾਂ ਮੈਂ ਆਹ ਗਲਤੀਆਂ ਮੈਂ ਕਬੂਲ ਕਰਦਾ ਵਾਂ ਗੁਰੂ ਦੇ ਸਾਹਮਣੇ ਜਾ ਕੇ। ਤੁਸੀਂ ਉੱਪਰ ਨੂੰ ਨਾ ਝਾਕਿਓ ਵੀ ਜਥੇਦਾਰ ਸਾਹਿਬਾਨ ਖੜੇ ਨੇ, ਤੁਸੀਂ ਝਾਕਿਓ ਵੀ ਇਹ ਗੁਰੂ ਨਾਨਕ ਦਾ ਤਖਤ ਹੈ, ਗੁਰੂ ਛੇਵੇਂ ਪਾਤਸ਼ਾਹ ਦਾ ਤਖਤ ਹੈ, ਉਹ ਗੁਰੂ ਨਾਨਕ ਨਹੀਂ ਹੈ। ਸਭ ਕੁਛ ਗੁਰੂ ਨਾਨਕ ਦਾ ਹੀ ਹੈ, ਉਸ ਅਕਾਲ ਪੁਰਖ ਗੁਰੂ ਨਾਨਕ ਦਾ ਹੀ ਹੈ। ਸੋ ਅਗਰ ਕੋਈ ਭੁੱਲਾ ਗਲਤੀ ਆ, ਕਿਸੇ ਦਿਲ ਨੂੰ ਠੇਸ ਲੱਗੀ ਹੋਵੇ ਤਾਂ ਮਾਫੀ ਚਾਹੁੰਦੇ ਹਾਂ ਜੀ। ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ।